ਸਤਿ ਸ੍ਰੀ ਅਕਾਲ। ਤੁਸੀਂ ਲੋਕਰਨ ਚੈਨਲ ਪੰਜਾਬੀ ਦੇਖ ਰਹੇ ਹੋ। ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ। ਨਵਜੋਤ ਸਿੱਧੂ ਤੇ ਕੈਪਟਨ ਸਾਹਿਬ ਦੇ ਵਿਚਾਲੇ ਗੱਲਬਾਤ ਜਿਹੜੀ ਹੈ ਉਹਦਾ ਪਾੜਾ ਵੱਧਦਾ ਜਾ ਰਿਹਾ। ਹਾਲੇ ਤੱਕ ਕੈਪਟਨ ਸਾਹਿਬ ਉਸ ਗੱਲ ਤੋਂ ਪਿੱਛੇ ਨਹੀਂ ਹਟ ਰਹੇ ਕਿ ਸਿੱਧੂ ਸਾਹਿਬ ਮਾਫੀ ਮੰਗਣ, ਤੇ ਉਧਰਲੇ ਪਾਸੇ ਸਿੱਧੂ ਧੜਾ ਜਿਹੜਾ ਉਹ ਕਾਫੀ ਵਿਸ਼ਾਲ ਹੁੰਦਾ ਜਾ ਰਿਹਾ। ਸੁਖਜਿੰਦਰ ਸਿੰਘ ਰੰਧਾਵਾ ਹੁਣੀ ਕਹਿ ਰਹੇ ਨੇ ਕਿ ਕੈਪਟਨ ਸਾਹਿਬ ਨੂੰ ਹੁਣ ਆਪਣੀ ਹੋਮ ਹੈ ਜਿਹੜੀ ਹੈ ਈਗੋ ਜਿਹੜੀ ਹੈ ਉਹ ਥੋੜੀ ਛੱਡ ਦੇਣੀ ਚਾਹੀਦੀ ਹੈ ਨਵਜੋਤ ਸਿੱਧੂ ਦੇ ਮਸਲੇ ਨੂੰ ਲੈ ਕੇ। ਇਸ ਦੇ ਇਲਾਵਾ ਜਿਹੜਾ ਜਸੂਸੀ ਨੂੰ ਲੈ ਕੇ ਕੇਂਦਰ ਸਰਕਾਰ ਘਿਰੀ ਹੋਈ ਹੈ ਉਹਨੂੰ ਲੈ ਕੇ ਕਾਂਗਰਸ ਹਾਈਕਮਾਨ ਨੇ ਕਿਹਾ ਕਿ ਹੁਣ ਅਸੀਂ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਰਾਜਪਾਲ ਨੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਕਿ ਇਸ ਮਸਲੇ ਦੀ ਜਾਂਚ ਕਰਵਾਈ ਜਾਏ। ਨਵਜੋਤ ਸਿੱਧੂ ਦੀ ਇਸ ਮਾਮਲੇ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਕ ਪ੍ਰੀਖਿਆ ਜਿਹੜੀ ਹੈ ਉਹ ਪਹਿਲੀ ਹੋਏਗੀ ਕਿ ਉੱਥੇ ਇੱਕ ਵੱਡਾ ਇਕੱਠ ਕਰਨਾ ਹੈ, ਚੰਡੀਗੜ੍ਹ ਦੇ ਵਿੱਚ ਹੋਣਾ ਹੈ, ਉੱਥੇ ਕੈਪਟਨ ਸਾਹਿਬ ਵੀ ਨੇ। ਤਾਂ ਉਸ ਵਿਚਾਲੇ ਸਿੱਧੂ ਦਾ ਧੜਾ ਕਿੰਨਾ ਕੁ ਜਿਹੜਾ ਇਹ ਜ਼ੋਰਦਾਰ ਢੰਗ ਦੇ ਨਾਲ ਇਸ ਮਸਲੇ ਨੂੰ ਉਠਾਏਗਾ, ਦੇਸ਼ ਭਰ ਦੇ ਵਿੱਚ ਵੀ ਹੋਣਾ ਹੈ। ਕਿਸਾਨਾਂ ਦੀ ਪਾਰਲੀਮੈਂਟ ਜਿਹੜੀ ਕਿਸਾਨਾਂ ਨੇ ਆਪਣਾ ਪਾਰਲੀਮੈਂਟ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਉੱਥੇ ਵਿਚਾਰ ਚਰਚਾ ਕਰਨੀ ਹੈ ਜਾਂ ਪਾਰਲੀਮੈਂਟ ਇੱਕ ਆਪਣੇ ਤਰੀਕੇ ਦੀ ਬਣਾਉਣੀ ਹੈ, ਉੱਥੇ ਬਹਿ ਕੇ ਜੋ ਕੁਝ ਹੋਏਗਾ ਉਸ ਉੱਤੇ ਵੀ ਅਸੀਂ ਚਰਚਾ ਕਰਾਂਗੇ। ਸਰਕਾਰ ਦੇ ਨਾਲ ਜਾਂ ਦਿੱਲੀ ਪੁਲਿਸ ਦੇ ਨਾਲ ਕਿਸ ਤਰ੍ਹਾਂ ਦੀ ਗੱਲਬਾਤ ਹੈ ਤੇ ਅੱਗੋਂ ਇਹਦੀ ਰਣਨੀਤੀ ਕਿਸ ਤਰ੍ਹਾਂ ਦੀ ਘੜੀ ਜਾ ਰਹੀ ਹੈ, ਇਸ ਉੱਤੇ ਵੀ ਗੱਲਬਾਤ ਹੋਏਗੀ। ਕੇਂਦਰ ਸਰਕਾਰ ਆਪ ਵੀ ਬੁਰੀ ਤਰ੍ਹਾਂ ਜਸੂਸੀ ਵਾਲੇ ਮਾਮਲੇ 'ਚ ਫਸੀ ਹੈ, ਘਿਰੀ ਹੋਈ ਹੈ ਕਹਿ ਸਕਦੇ ਹਾਂ। ਕਿ ਜਿਸ ਤਰੀਕੇ ਨਾਲ ਸੁਬਰਾਮਨੀਅਮ ਸਵਾਮੀ ਨੇ ਸਵਾਲ ਚੁੱਕੇ ਨੇ ਮੋਦੀ ਸਰਕਾਰ ਨੂੰ, ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਾਓ ਕਿ ਆਖਿਰਕਾਰ ਪਤਾ ਚੱਲੇ ਕਿ ਕੌਣ ਹੈ ਜਿਹੜਾ ਇਸ ਭਾਰਤ ਦੇ ਇਸ ਆਪਰੇਸ਼ਨ ਵਿੱਚ ਲਾ ਲਓ ਕਿ ਜਿਹੜਾ ਜਸੂਸੀ ਦਾ ਆਪਰੇਸ਼ਨ ਹੈ ਇਹਦੇ ਵਿੱਚ ਸ਼ਾਮਲ ਹੈ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ ਲੋਕਰਨ ਚੈਨਲ ਪੰਜਾਬੀ ਤੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ। ਸ਼ੁਕਰੀਆ ਡਾਕਟਰ ਸਾਹਿਬ। ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਨਵਜੋਤ ਸਿੱਧੂ ਦਰਬਾਰ ਸਾਹਿਬ ਮੱਥਾ ਟੇਕ ਚੁੱਕੇ ਨੇ। ਇੱਕ ਚਰਚਾਵਾਂ ਇਹਦੇ ਵਿਚਾਲੇ ਇਹ ਨੇ ਕਿ ਸਿੱਧੂ ਦੀ ਜਿਹੜੀ ਡਰਾਇੰਗ ਰੂਮ ਦੀ ਜਿਹੜੀ ਪੋਲਿਟਿਕਸ ਹੈ ਉੱਥੇ ਵਿਧਾਇਕਾਂ ਨੇ ਇੱਕ ਵੱਡਾ ਸਮਰਥਨ ਦਿੱਤਾ ਨਵਜੋਤ ਸਿੱਧੂ ਨੂੰ, ਤੇ ਸ਼ਾਇਦ ਕੋਈ ਅੰਦਰ ਕਿਸੇ ਮਸਲੇ ਨੂੰ ਲੈ ਕੇ ਮਤਾ ਵੀ ਕੋਈ ਪਾਸ ਹੋਇਆ ਜਾਂ ਚਰਚਾ ਹੋਈ ਹੈ ਕਿ ਹੁਣ ਅੱਗੇ ਦੀ ਰਣਨੀਤੀ ਕਿੱਦਾਂ ਦੀ ਘੜੀ ਜਾਵੇ। ਸੁਖਵਿੰਦਰ ਜੀ, ਜਦੋਂ ਸੱਤਾ ਬਦਲਦੀ ਹੈ ਤਾਂ ਉਹਦੇ ਨਾਲ ਹੌਲੀ ਹੌਲੀ ਜਦੋਂ ਪਾਵਰ ਚੇਂਜ ਹੁੰਦੀ ਹੈ ਤਾਂ ਸਾਰੇ ਲੋਕ ਵੀ ਬਦਲ ਜਾਂਦੇ ਨੇ। ਖਾਸ ਤੌਰ ਤੇ ਤੁਸੀਂ ਕਾਂਗਰਸ ਦੇ ਵਿੱਚ ਦੇਖਿਆ ਹੋਣਾ ਕਿ ਰਾਤੋਂ ਰਾਤ ਸਾਰੀਆਂ ਚੀਜ਼ਾਂ ਬਦਲ ਗਈਆਂ ਜਦੋਂ ਵੱਖ-ਵੱਖ ਵਿਧਾਇਕਾਂ ਨੂੰ, ਵਲੰਟੀਅਰਸ ਨੂੰ ਜਾਂ ਇੱਥੋਂ ਤੱਕ ਕਿ ਮਿਨਿਸਟਰ ਸਾਹਿਬਾਨ ਨੂੰ ਪਤਾ ਲੱਗਿਆ ਕਿ ਹਾਈ ਕਮਾਂਡ ਸਿੱਧੂ ਦੇ ਪਿੱਠ ਤੇ ਆ ਗਈ ਹੈ, ਉਹਨਾਂ ਦੇ ਨਾਲ ਖੜ ਗਈ ਹੈ। ਤਾਂ ਤੁਸੀਂ ਦੇਖਿਆ ਹੋਵੇਗਾ ਕਿ ਰਾਤੋਂ ਰਾਤ ਕੈਪਟਨ ਸਾਹਿਬ ਤੋਂ ਲੋਕ ਕੰਨੀ ਖਿਸਕਾਉਣ ਲੱਗੇ ਔਰ ਉਹਨਾਂ ਦੇ ਜਿਹੜੇ ਨਾਲ ਕਹਿੰਦੇ ਸੀਗੇ ਅਸੀਂ ਤੁਹਾਡੇ ਨਾਲ ਖੜਾਂਗੇ, ਨਾਲ ਮਰਾਂਗੇ, ਨਾਲ ਜੀਵਾਂਗੇ, ਉਹ ਸਾਰੇ ਵੱਖਰੇ ਹੋ ਗਏ। ਮੈਨੂੰ ਇੱਕ ਸ਼ੇਰ ਯਾਦ ਆਉਂਦਾ ਹੈ ਜਿਹੜਾ ਕਿ ਇਸ ਵੇਲੇ ਕੈਪਟਨ ਸਾਹਿਬ ਦੇ ਉੱਤੇ ਬਹੁਤ ਚੰਗੀ ਤਰ੍ਹਾਂ ਟੁਕਦਾ, ਉਹਨਾਂ ਦੀ ਮਾਨਸਿਕਤਾ ਨੂੰ ਬਿਆਨ ਕਰਦਾ ਹੈ। ਉਹ ਸ਼ੇਰ ਹੈ, ਉਰਦੂ ਦਾ ਸ਼ੇਰ ਹੈ ਸੁਖਵਿੰਦਰ ਜੀ, मैं सुनाने लग्या। दुश्मनों ने तो दुश्मनी की है, दुश्मनों ने तो दुश्मनी की है, दोस्तों ने भी क्या कमी की है, की नहीं उम्र भर खता जिसने, आज उसने ही तौहीन जिंदगी की है। सो इदां दी हालात तुसीं देखोगे कैप्टन साहब सोच रहे ने कि ਜਿਹੜੇ ਮੇਰੇ ਨਾਲ कहदे ਸੀਗੇ ਅੱਜ ਖੜਨਗੇ ਉਹ ਵੀ ਉਹਨਾਂ ਨੂੰ ਜਿਹੜੇ ਨੇ ਦੂਰ ਹੁੰਦੇ ਨਜ਼ਰ ਆ ਰਹੇ ਨੇ। ਖਾਸ ਤੌਰ ਤੇ ਤੁਸੀਂ ਸੁਖੀ ਰੰਧਾਵਾ ਜੀ ਦੇਖ ਲਓ ਔਰ ਤ੍ਰਿਪਤ ਰਜਿੰਦਰ ਬਾਜਵਾ ਹੋਰੀ ਦੇਖ ਲਓ, ਜਿਹੜੇ ਉਹਨਾਂ ਦੀਆਂ ਸੱਜੀਆਂ ਤੇ ਖੱਬੀਆਂ ਬਾਹਾਂ ਮੰਨੇ ਜਾਂਦੇ ਸੀਗੇ ਉਹ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਧੜੇ ਨਾਲ ਜਾ ਮਿਲੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਧੜਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਵੱਡਾ ਹੁੰਦਾ ਜਾ ਰਿਹਾ ਔਰ ਇਹ ਹੌਲੀ ਹੌਲੀ ਹੋਰ ਵੱਡਾ ਹੋਏਗਾ। ਅੱਜ ਹੋਰ ਵੀ ਜਿਹੜੀ ਵੱਡੀ ਗੱਲ ਹੋਈ ਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ, ਆਪਾਂ ਨੂੰ ਸਾਰਿਆਂ ਨੂੰ ਯਾਦ ਹੈ ਕਿ ਜਿਹੜੇ 10 MLA ਸਾਹਿਬਾਨ ਨੇ ਚਿੱਠੀ ਲਿਖੀ ਸੀਗੀ ਹਾਈ ਕਮਾਂਡ ਨੂੰ ਕਿ ਅਸੀਂ ਕੈਪਟਨ ਸਾਹਿਬ ਦੇ ਨਾਲ ਆ, ਉਹਨਾਂ ਦੀ ਜਿਹੜੀ ਛਵੀ ਹੈ, ਉਹਨਾਂ ਦੀ ਸ਼ਖਸੀਅਤ ਹੈ, ਉਹਨੂੰ ਘਟਾ ਕੇ ਨਾ ਦੇਖਿਆ ਜਾਏ। ਉਹਦੇ ਵਿੱਚ ਪਿਰਮਲ ਖਾਲਸਾ ਜੀ ਸੀਗੇ, ਉਹਦੇ ਵਿੱਚ ਹੋਰ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਖਾਸ ਤੌਰ ਤੇ ਸੁਖਪਾਲ ਖਹਿਰਾ ਜੀ ਤੇ ਇਹਦੇ ਕਮਾਲੂ ਸਾਹਿਬ ਜਿਹੜੇ ਸੀਗੇ, 3 ਵਿਧਾਇਕ ਸੀਗੇ, ਉਹ ਵੀ ਅੱਜ ਕੈਪਟਨ ਆਪਣਾ ਨਵਜੋਤ ਸਿੰਘ ਸਿੱਧੂ ਦੇ ਖੇਮੇ 'ਚ ਜਾ ਕੇ ਰਲ ਗਏ ਨੇ, ਉਹਨਾਂ ਨੂੰ ਮਿਲ ਕੇ ਆਏ ਨੇ ਅੱਜ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਬਹੁਤ ਇਹ ਇੱਕ ਵੱਡੀ ਗੱਲ ਹੈ ਕਿ ਪੰਜਾਬ ਦੀ ਕਾਂਗਰਸ ਦੇ ਵਿੱਚ ਕਿ ਇਹ ਸਾਰੀ ਚੀਜ਼ ਜਿਹੜੀ ਹੈਗੀ ਸ਼ਿਫਟ ਹੋ ਰਹੀ ਹੈ। ਹੁਣ ਬੁਨਿਆਦੀ ਸਵਾਲ ਇਹ ਹੈ
ਕਿ ਜੇਕਰ ਨਵਜੋਤ ਸਿੰਘ ਸਿੱਧੂ ਇਸ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਸਟ੍ਰੈਟਜੀ ਕੀ ਅਪਣਾਉਣੀ ਪਏਗੀ? ਕੀ ਉਹ ਉਸੇ ਤਰ੍ਹਾਂ ਦੇ ਅਟੈਕ ਜਿਵੇਂ ਪਹਿਲਾਂ ਉਹ ਕਰਦੇ ਸੀਗੇ, ਪਹਿਲਾਂ ਟਵੀਟ ਤੇ ਟਵੀਟ ਉਹਨਾਂ ਨੇ ਕੈਪਟਨ ਸਾਹਿਬ ਦੇ ਉੱਤੇ ਰੱਖੇ, ਅਟੈਕ ਰੱਖਿਆ, ਕੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦੇ ਉੱਤੇ ਅਟੈਕ ਰੱਖਣਗੇ ਜਾਂ ਪਿੱਛੇ ਹਟ ਜਾਣਗੇ, ਜਾਂ ਇਦਾਂ ਦੀ ਕਿੱਦਾਂ ਦੀ ਉਹਨਾਂ ਦੀ ਸਟ੍ਰੈਟਜੀ ਹੋਏਗੀ? ਇਹ ਬਹੁਤ ਇੰਪੋਰਟੈਂਟ ਹੋਏਗਾ, ਕਿਉਂਕਿ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਟਵੀਟ ਆਇਆ ਸੀਗਾ, ਇੱਕੋ ਟਵੀਟ ਆਇਆ ਹਜੇ ਤੱਕ, ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਕਿ ਜਿਹੜੇ 18 ਨੁਕੱਤੀ ਪ੍ਰੋਗਰਾਮ ਹੈ, ਔਰ ਖਾਸ ਤੌਰ ਤੇ ਜਿਹੜਾ ਹਾਈ ਕਮਾਂਡ ਵੱਲੋਂ ਦਿੱਤਾ ਗਿਆ ਕੈਪਟਨ ਸਾਹਿਬ ਨੂੰ ਕਿ 18 ਨੁਕਤੇ ਤੁਸੀਂ ਇਹਨਾਂ ਦੇ ਉੱਤੇ ਕੰਮ ਕਰਨਾ ਹੈ ਪੰਜਾਬ ਦੇ ਵਿੱਚ ਜਾ ਕੇ, ਅਸੀਂ ਇਹ ਤੁਹਾਡੀ ਪਰਫਾਰਮੈਂਸ ਚੈੱਕ ਹੋਏਗੀ, ਸੋ ਉਹਦੇ ਅਨੁਸਾਰ ਜਿਹੜਾ ਹੈਗਾ 22 ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਤੁਹਾਡੇ ਲਈ ਫੈਸਲਾ ਜਿਹੜਾ ਹੈਗਾ ਹੋਏਗਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇਕਰ ਉਹ 18 ਨੁਕੱਤੀ ਪ੍ਰੋਗਰਾਮ ਨੂੰ ਚੁੱਕਦੇ ਨੇ ਸਿੱਧੂ ਸਾਹਿਬ, ਤਾਂ ਲਾਜ਼ਮੀ ਤੌਰ ਤੇ ਉਹਦੇ ਨਾਲ ਪ੍ਰੈਸ਼ਰ ਵਧੇਗਾ ਕੈਪਟਨ ਸਾਹਿਬ ਤੇ, ਔਰ ਉਹਦੇ ਨਾਲ ਕੈਪਟਨ ਸਾਹਿਬ ਦੀ ਜਿਹੜੀ ਛਵੀ ਹੈ ਉਹ ਡਾਊਨ ਜਾਏਗੀ। ਜੇਕਰ ਉਹ 18 ਨੁਕੱਤੀ ਪ੍ਰੋਗਰਾਮ ਤੋਂ ਪਿੱਛੇ ਹਟਦੇ ਨੇ ਤਾਂ ਲਾਜ਼ਮੀ ਤੌਰ ਤੇ ਉਹਦੇ ਨਾਲ ਕੀ ਹੋਏਗਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਹੁਣ ਛਵੀ ਬਣੀ ਹੈ ਇਸ ਵੇਲੇ, ਉਹ ਵੀ ਹੌਲੀ ਹੌਲੀ ਦਾਅ ਤੇ ਲੱਗਣੀ ਸ਼ੁਰੂ ਹੋ ਜਾਣੀ ਹੈ, ਉਹਦੇ ਉੱਤੇ ਵੀ ਸਵਾਲੀਆ ਚਿੰਨ੍ਹ ਸ਼ੁਰੂ ਹੋ ਜਾਣੇ। ਜਿਵੇਂ ਤੁਸੀਂ ਕੱਲ ਦੇਖਿਆ ਹੋਏਗਾ ਕਿ ਕੱਲ ਚਾਹੇ ਉਹ ਕਿਸਾਨ ਹੋਣ, ਚਾਹੇ ਈਵਨ ਇੱਥੋਂ ਤੱਕ ਕਿ ਜਿਹੜੇ ਵਿਦਨ ਕਾਂਗਰਸ ਦੇ ਜਿਹੜੇ ਵਲੰਟੀਅਰ ਸਾਹਿਬਾਨ ਸੀਗੇ, ਉਹ ਵੀ ਆਪਸ ਦੇ ਵਿੱਚ ਲੜੇ ਨੇ। ਸੋ ਕਿਸਾਨਾਂ ਨੇ ਵੀ ਕਾਲੇ ਝੰਡੇ ਦਿਖਾਏ ਨੇ ਸਿੱਧੂ ਸਾਹਿਬ ਨੂੰ। ਜੇਕਰ ਇਦਾਂ ਦੀ ਗੱਲ ਹੁੰਦੀ ਹੈ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਕੀ ਹੋਏਗਾ ਕਿ ਕਾਂਗਰਸ ਦੇ ਵਿੱਚ ਜਿਹੜੇ ਨੇ ਗਰੁੱਪਿਜ਼ਮ ਜਾਂ ਕਾਟੋ ਕਲੇਸ਼ ਹੋਰ ਵਧਣ ਦੀਆਂ ਸੰਭਾਵਨਾਵਾਂ ਨੇ। ਜੇਕਰ ਸਿੱਧੂ ਸਾਹਿਬ ਇਸ ਸਾਰੇ ਚੀਜ਼ ਨੂੰ, ਜਿਵੇਂ ਤੁਸੀਂ ਕਿਹਾ ਕਿ ਡਰਾਇੰਗ ਰੂਮ ਤੋਂ ਜਾ ਕੇ ਬਾਹਰਲੇ ਸੜਕਾਂ ਤੇ ਆਉਣਗੇ, ਬਾਹਰ ਜਾਣਗੇ, ਲੋਕਾਂ ਨੂੰ ਮਿਲਣਗੇ, ਜੇਕਰ ਉਹ ਕੈਪਟਨ ਸਾਹਿਬ ਵਾਲੀ ਜਿਹੜੀ ਕਾਰਜਸ਼ੈਲੀ ਹੈ, ਜਿਵੇਂ ਉਹ ਆਪਾਂ ਨੂੰ ਵੀ ਪਤਾ ਹੈ ਕਿ 4.5 ਸਾਲ ਤੋਂ ਆਪਣੇ ਸਿਸਮਾ ਫਾਰਮ ਦੇ ਵਿੱਚ ਬੈਠੇ ਨੇ, ਬਾਹਰ ਨਹੀਂ ਆ ਰਹੇ, ਜੇਕਰ ਉਹੀ ਚੀਜ਼ ਹੋਏਗੀ ਤਾਂ ਇਹਦੇ ਨਾਲ ਕੀ ਹੋਏਗਾ ਕਿ ਨਿਰਾਸ਼ਾ ਹੋਰ ਵਧੇਗੀ। ਪਰ ਮੈਨੂੰ ਨਹੀਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਇਦਾਂ ਦਾ ਕਰਨਗੇ। ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਵੇਂ ਹੁਣ ਜਾ ਰਹੇ ਨੇ ਬਾਹਰ, ਤਾਂ ਲੋਕਾਂ ਦੇ ਵਿੱਚ ਜਾਣਗੇ, ਲੋਕਾਂ ਨੂੰ ਮਿਲਣਗੇ, ਵਲੰਟੀਅਰਸ ਨੂੰ ਮਿਲਣਗੇ, ਵਿਧਾਇਕਾਂ ਨੂੰ ਮਿਲਣਗੇ, ਔਰ ਮਿਨਿਸਟਰ ਸਾਹਿਬਾਨ ਨੂੰ ਮਿਲਣਗੇ। ਔਰ ਜੇਕਰ ਇਹ ਇਦਾਂ ਚੱਲਦਾ ਹੈ ਤਾਂ ਜਿਹੜੇ ਅੱਜ ਕੈਪਟਨ ਸਾਹਿਬ ਨਾਲ ਹੋਰ ਲੋਕ ਵੀ ਹੈਗੇ ਨੇ, ਹਜੇ ਵੀ ਹੈਗੇ ਨੇ, ਖਾਸ ਤੌਰ ਤੇ ਬ੍ਰਹਮ ਮਹਿੰਦਰਾ ਜੀ ਦਾ ਜੇ ਆਪਾਂ ਜ਼ਿਕਰ ਕਰੀਏ, ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਲੋਕ ਵੀ ਜਿਹੜੇ ਨੇ ਹੋ ਸਕਦਾ ਹੈ ਨਵਜੋਤ ਸਿੰਘ ਸਿੱਧੂ ਦੇ ਪਾਲੇ ਦੇ ਵਿੱਚ ਚਲੇ ਜਾਣ। ਸੋ ਸੰਭਾਵਨਾਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਲੱਗ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਗਰੁੱਪ ਹੈ, ਉਹਨਾਂ ਦਾ ਪਾਲਾ ਜਿਹੜਾ ਹੈਗਾ ਉਹ ਹੋਰ ਵੱਡਾ ਹੋਏਗਾ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲੋਕ ਕੈਪਟਨ ਸਾਹਿਬ ਦੇ ਉੱਤੇ ਹਾਵੀ ਹੋਣਗੇ। ਔਰ ਕੈਪਟਨ ਸਾਹਿਬ ਨੇ ਜਿਹੜੀ ਸ਼ਰਤ ਰੱਖੀ ਹੈ ਕਿ ਮੈਂ ਉਨੀ ਹੀ ਦੇਰ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਮਿਲਾਂਗਾ ਜਿੰਨੀ ਦੇਰ ਉਹ ਜਨਤਕ ਤੌਰ ਤੇ ਮਾਫੀ ਨਹੀਂ ਮੰਗਦੇ। ਇਹ ਸ਼ਰਤ ਜਿਹੜੀ ਹੈਗੀ ਆ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਪੂਰੀ ਹੋਏਗੀ। ਜਿਵੇਂ ਅੱਜ ਵੱਖ-ਵੱਖ ਨੇਤਾਵਾਂ ਨੇ ਵੀ ਕਿਹਾ, ਕਾਂਗਰਸ ਦਿਆਂ ਨੇ, ਕਿ ਭਾਈ ਕੈਪਟਨ ਸਾਹਿਬ ਨੂੰ ਆਪਣੀ ਜਿਹੜੀ ਆੜੀ ਹੈ ਉਹ ਛੱਡਣੀ ਚਾਹੀਦੀ, ਆਪਣਾ ਹੰਕਾਰ ਛੱਡਣਾ ਚਾਹੀਦਾ। ਇਸੇ ਤਰ੍ਹਾਂ ਤ੍ਰਿਪਤ ਰਜਿੰਦਰ ਬਾਜਵਾ ਹੋਰਾਂ ਨੇ ਕਿਹਾ ਸੀਗਾ ਕਿ ਜਿਵੇਂ ਤੁਸੀਂ ਬਾਜਵਾ ਸਾਹਿਬ ਨੂੰ, ਪ੍ਰਤਾਪ ਬਾਜਵਾ ਨੂੰ ਮਾਫ ਕੀਤਾ ਹੈ, ਜਿਵੇਂ ਤੁਸੀਂ ਉਹਨਾਂ ਨੂੰ ਭੁੱਲ ਚੁੱਕੇ ਹੋ, ਇਸੇ ਤਰ੍ਹਾਂ ਤੁਸੀਂ ਨਵਜੋਤ ਸਿੰਘ ਸਿੱਧੂ ਦੀਆਂ ਵੀ ਗੱਲਾਂ ਭੁੱਲ ਜਾਓ। ਤੋਂ ਵੱਡੀ ਗੱਲ ਇਹੀ ਹੈ ਕਿ ਜੇ ਕੈਪਟਨ ਸਾਹਿਬ ਸੁਖਪਾਲ ਖਹਿਰਾ ਨੂੰ ਮਾਫ ਕਰ ਸਕਦੇ ਨੇ, ਔਰ ਤ੍ਰਿਪਤ ਜਾਂ ਖਾਸ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਮਾਫ ਕਰ ਸਕਦੇ ਨੇ, ਤਾਂ ਉਹਨਾਂ ਨੂੰ ਵੱਡਾ ਦਿਲ ਦਿਖਾ ਕੇ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਨੂੰ ਵੀ ਜਿਹੜਾ ਹੈਗਾ ਉਹਨਾਂ ਨੂੰ ਭੁੱਲ ਜਾਣਾ ਚਾਹੀਦਾ। ਸੋ ਕਿਉਂਕਿ ਸਿਆਸਤ ਦੇ ਵਿੱਚ ਇਦਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ, ਸੋ ਆਪਣੀ ਅੜੀ ਨਹੀਂ ਕਰਨੀ ਚਾਹੀਦੀ, ਸਗੋਂ ਮਿਲ ਕੇ ਆਪਸ ਦੇ ਵਿੱਚ ਜਿਹੜਾ ਇਸ ਵੇਲੇ ਮੰਗ ਕਰਦਾ ਹੈ, ਪੰਜਾਬ ਮੰਗ ਕਰਦਾ ਹੈ, ਉਹ ਪੰਜਾਬ ਦੇ ਲੋਕ ਇਸ ਵੇਲੇ ਇਹੀ ਮੰਗ ਕਰਦੇ ਨੇ ਕਿ 18 ਨੁਕੱਤੀ ਪ੍ਰੋਗਰਾਮ ਦੇ ਉੱਤੇ ਦੋਨੋਂ ਮਿਲ ਕੇ, ਪ੍ਰਧਾਨ ਵੀ ਤੇ ਮੁੱਖ ਮੰਤਰੀ ਸਾਹਿਬ ਵੀ ਜਿਹੜੇ ਨੇ ਮਿਲ ਕੇ ਕੰਮ ਕਰਨ, ਲੋਕਾਂ ਦੇ ਕੰਮ ਕਰਨ, ਪੰਜਾਬ ਦੇ ਕੰਮ ਕਰਨ, ਪੰਜਾਬ ਦੇ ਲਈ ਜਿਹੜੇ ਵੱਡੇ ਵੱਡੇ ਵਾਅਦੇ ਕਰਕੇ ਉਹ ਸੱਤਾ 'ਚ ਆਏ ਸੀਗੇ, ਉਹਨਾਂ ਵਾਅਦਿਆਂ ਨੂੰ ਪੂਰਾ ਕਰਕੇ ਪੰਜਾਬ ਦੇ ਲੋਕਾਂ ਨੂੰ ਦਿਖਾਉਣ, ਤਾਂ ਕਿ ਅਗਲੇ ਜਿਹੜੇ ਸਾਲ 22 ਦੇ ਵਿੱਚ ਜਦੋਂ ਚੋਣਾਂ ਹੋਣੀਆਂ ਨੇ, ਉਹ ਚੰਗਾ ਜਿਹੜਾ ਹੈਗਾ ਆਪਣੀ ਛਵੀ ਲੈ ਕੇ ਜਾ ਸਕਦੇ ਨੇ। ਜੇ ਨਹੀਂ ਚੀਜ਼ ਵਾਪਰਦੀ, ਜੇ ਲੋਕਾਂ ਨੂੰ ਇਦਾਂ ਹੀ ਬੁੱਧੂ ਬਣਾ ਕੇ ਜਿਹੜਾ ਹੈਗਾ ਇਦਾਂ ਚੀਜ਼ਾਂ ਨੂੰ ਕੋਸ਼ਿਸ਼ ਕਰਨਗੇ, ਤਾਂ ਲਾਜ਼ਮੀ ਤੌਰ ਤੇ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਘੇਰਨਗੇ, ਚਾਹੇ ਉਹ ਕੈਪਟਨ ਸਾਹਿਬ ਨੇ, ਈਵਨ ਨਵਜੋਤ ਸਿੰਘ ਸਿੱਧੂ ਦੇ ਨੂੰ ਵੀ ਜਿਹੜਾ ਹੈਗਾ ਉਹਨਾਂ ਨੂੰ ਵੀ ਘੇਰਾ ਪਾਇਆ ਜਾ ਸਕਦਾ ਹੈ। ਕਿਉਂਕਿ ਉਹਨਾਂ ਦੀ ਜਿਹੜੀ ਹੈ, ਆਪਾਂ ਨੂੰ ਵੀ ਪਤਾ ਹੈ ਕਿ ਜੇ ਸਿਰਫ ਗੱਲਾਂ ਦੇ ਨਾਲ ਕੁਝ ਨਹੀਂ ਵਾਪਰੇਗਾ, ਤੁਹਾਨੂੰ ਪ੍ਰੈਕਟੀਕਲੀ ਜਿਹੜਾ ਹੈਗਾ ਜ਼ਮੀਨੀ ਪੱਧਰ ਦੇ ਉੱਤੇ ਉਹ ਕੰਮ ਕਰਕੇ ਦਿਖਾਉਣੇ ਪੈਣਗੇ, ਤਾਂ ਹੀ ਤੁਹਾਡੀ ਜਿਹੜੀ ਹੈਗੀ ਹੈ ਇਹ ਚੀਜ਼ ਸਫਲ ਹੋਏਗੀ। ਜੇਕਰ ਗੱਲਾਂ ਦੇ ਨਾਲ ਕਾਂਗਰਸ ਸੋਚੇਗੀ ਕਿ ਅਸੀਂ ਚਿਹਰੇ ਬਦਲ ਕੇ ਜਾਂ ਮਿਨਿਸਟਰ ਬਦਲ ਕੇ ਜਾਂ ਪ੍ਰਧਾਨ ਬਣਾ ਕੇ
ਇਦਾਂ ਹੀ ਅਸੀਂ ਅਗਲੇ ਸਾਲ ਆ ਜਾਾਂਗੇ, ਜਿਵੇਂ ਉਹ ਕਹਿ ਰਹੇ ਨੇ ਕਿ 22 ਦੇ ਵਿੱਚ ਸਾਡੀ ਸੱਤਾ ਦੁਬਾਰਾ ਆ ਸਕਦੀ ਹੈ, ਤਾਂ ਇਹ ਇੱਕ ਭੁਲੇਖਾ ਹੋ ਸਕਦਾ ਹੈ। ਪਰ ਹਕੀਕੀ ਜਿਹੜੀਆਂ ਜ਼ਮੀਨੀ ਹਕੀਕਤਾਂ ਨੇ ਉਹ ਕੁਝ ਹੋਰ ਕਹਿ ਰਹੀਆਂ ਨੇ। ਉਹ ਉਹਨਾਂ ਤੋਂ ਕੰਮ ਦੀ ਮੰਗ ਕਰ ਰਹੀਆਂ ਨੇ, ਵਾਅਦੇ ਪੂਰੇ ਕਰਨ ਦੀ ਮੰਗ ਕਰ ਰਹੀਆਂ ਨੇ। ਸੁਖਵਿੰਦਰ ਜੀ। ਜੀ ਜੀ ਜੀ, ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਜਿਵੇਂ ਮੈਂ ਕਿਹਾ ਕਿ ਕੱਲ ਨੂੰ ਜਿਹੜਾ ਕਿਸਾਨਾਂ ਦਾ ਵੀ ਉਧਰੋਂ ਪਾਰਲੀਮੈਂਟ ਸ਼ੁਰੂ ਹੋਣ ਜਾ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਅਸੀਂ ਆਪਣੀ ਪਾਰਲੀਮੈਂਟ ਚਲਾਉਣੀ ਹੈ, ਜਿਸ ਜਿਸ ਤਰੀਕੇ ਨਾਲ ਉਹਨਾਂ ਨੇ ਵਿਰੋਧ ਕਰਨਾ ਹੈ। ਤੇ ਦੂਜੇ ਪਾਸੇ ਕਾਂਗਰਸ ਨੇ ਜਸੂਸੀ ਵਾਲੇ ਮਸਲੇ ਨੂੰ ਲੈ ਕੇ ਸੱਦਾ ਦਿੱਤਾ ਕਿ ਸਾਰੇ ਰਾਜਪਾਲ ਭਵਨ ਨੂੰ ਘੇਰਨ ਜਾ ਕੇ ਜਿੰਨੇ ਕਾਂਗਰਸੀ ਨੇ। ਸਿੱਧੂ ਸਾਹਿਬ ਨੂੰ ਨਵੀਂ ਨਵੀਂ ਪ੍ਰਧਾਨਗੀ ਬਣੀ ਹੈ, ਹਾਲਾਂਕਿ ਉਹਨਾਂ ਨੇ ਅਹੁਦਾ ਹਲੇ ਸੰਭਾਲਿਆ ਨਹੀਂ। ਉਹ ਸ਼ਾਇਦ ਕਹਿੰਦੇ ਸ਼ੁੱਕਰਵਾਰ ਨੂੰ ਸੰਭਾਲਣਾ ਹੈ। ਤੇ ਕੱਲ ਨੂੰ ਇੱਕ ਸਿੱਧੂ ਸਾਹਿਬ ਦੀ ਪ੍ਰੀਖਿਆ, ਸ਼ਾਇਦ ਅੱਜ ਪਹਿਲੀ ਪ੍ਰੀਖਿਆ ਸੀ, ਲਾ ਲਓ ਕਿ ਇੱਕ ਵੱਡਾ ਧੜਾ ਜਿਹੜਾ ਉਹਨਾਂ ਦੇ ਨਾਲ ਅੱਜ ਹੀ ਨਜ਼ਰ ਆਇਆ। ਕੱਲ ਨੂੰ ਉੱਥੇ ਕਿਸ ਤਰ੍ਹਾਂ ਦਾ ਚੰਡੀਗੜ੍ਹ ਦੇ ਵਿੱਚ ਹੁੰਦਾ ਹੈ, ਪਰ ਉੱਥੇ ਤਾਂ ਕੈਪਟਨ ਸਾਹਿਬ ਵੀ ਸ਼ਾਇਦ ਆਪਣੇ ਜਾਂ ਤਾਂ ਆਪਣੇ ਸਰਕਾਰੀ ਨਿਵਾਸ ਤੇ ਬੈਠੇ ਹੋਣ। ਉਹਨਾਂ ਤੱਕ ਵੀ ਆਵਾਜ਼ਾਂ ਜਿਵੇਂ ਪਹੁੰਚਣਗੀਆਂ ਕਿ ਨਵਜੋਤ ਸਿੱਧੂ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਜਾਂ ਕਿਸ ਤਰ੍ਹਾਂ ਸਰਕਾਰਾਂ ਦੇ ਉੱਤੇ, ਕੇਂਦਰ ਸਰਕਾਰ ਤੇ ਜਾਸੂਸੀ ਦੇ ਮਸਲੇ ਦੇ ਉੱਤੇ ਹਮਲਾਵਰ ਹੋ ਰਹੇ ਨੇ। ਉਮੀਦ ਜਤਾਈ ਜਾ ਰਹੀ ਹੈ ਕਿ ਸਿੱਧੂ ਸਾਹਿਬ ਉੱਥੇ ਖੁੱਲ ਕੇ ਬੋਲਣਗੇ, ਜਿਹੜੇ ਹੁਣ ਤੱਕ ਬਹੁਤ ਘੱਟ ਜਿਹੜਾ ਪ੍ਰਧਾਨਗੀ ਲੈਣ ਤੋਂ ਬਾਅਦ ਬੋਲ ਰਹੇ ਨੇ। ਸੁਖਵਿੰਦਰ ਜੀ, ਦੇਖੋ ਹੁਣ ਉਹਨਾਂ ਕੋਲੇ ਮੌਕਾ ਮਿਲਿਆ ਔਰ ਹਾਈ ਕਮਾਂਡ ਨੇ ਉਹਨਾਂ ਨੂੰ ਮੌਕਾ ਦਿੱਤਾ ਹੈ ਬੋਲਣ ਦਾ। ਸੋ ਇਸ ਕਰਕੇ ਖੁੱਲ ਕੇ ਬੋਲਣਾ ਚਾਹੀਦਾ, ਜਿਵੇਂ ਤੁਸੀਂ ਕਹਿ ਰਹੇ ਹੋ, ਚਾਹੇ ਉਹ ਕੋਈ ਵੀ ਮਸਲਾ ਹੋਵੇ। ਮੈਂ ਤਾਂ ਇਹ ਜਿਹੜੀ ਗੱਲ ਪਹਿਲਾਂ ਵੀ ਕਹੀ ਹੈ ਕਿ ਇਸ ਵੇਲੇ ਜਿਹੜਾ ਕਿਸਾਨੀ ਦਾ ਬਹੁਤ ਇੱਕ ਵੱਡਾ ਮਸਲਾ ਹੈ ਪੰਜਾਬ ਦਾ। ਜੇਕਰ ਇਹਨੂੰ ਚੁੱਕਣਗੇ ਉਹ, ਖਾਸ ਤੌਰ ਤੇ ਜੇ ਆਪਾਂ ਇਹਦੀ ਗੱਲ ਕਰੀਏ, ਜੇ ਕੈਪਟਨ ਸਾਹਿਬ ਨੇ ਇਹ ਕਿਹਾ ਸੀਗਾ, ਸਾਰਿਆਂ ਨੂੰ ਯਾਦ ਆ ਆਪਾਂ ਨੂੰ, ਕਿ ਮੈਂ ਕਿਸਾਨੀ ਦਾ ਹਰ ਤਰ੍ਹਾਂ ਦਾ ਕਰਜ਼ਾ ਮਾਫ ਕਰਾਂਗਾ। ਪਹਿਲੀ ਗੱਲ ਤਾਂ ਕਿ ਜੇ ਪੰਜਾਬ ਦੇ ਉੱਤੋਂ, ਪੰਜਾਬ ਦੇ ਵਿੱਚੋਂ ਇਹ ਗੱਲ ਸ਼ੁਰੂ ਕਰਦੇ ਨੇ ਕਿ ਕਿਸਾਨੀ ਨੂੰ ਰਾਹਤ ਦੇਣੀ ਚਾਹੁੰਦੇ ਹਾਂ ਅਸੀਂ, ਤਾਂ ਆਪਣਾ ਕਰਜ਼ਾ ਮਾਫੀ ਦੇ ਰਾਹੀਂ ਦੇ ਸਕਦੇ ਆ। ਸੋ ਕੈਪਟਨ ਸਾਹਿਬ ਦੇ ਉੱਤੇ ਪ੍ਰੈਸ਼ਰ ਪਾਉਣਾ ਚਾਹੀਦਾ, ਕਿਉਂਕਿ ਕਿਸਾਨ ਆਪਾਂ ਨੂੰ ਪਤਾ ਹੈ ਕਿ ਪਿਛਲੇ 8 ਮਹੀਨਿਆਂ ਤੋਂ ਬਰੂਹਾਂ ਤੇ ਬੈਠੇ ਨੇ, ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਉਹ। ਸੋ ਉਹਨਾਂ ਨੂੰ ਵੀ ਕੋਈ ਰਾਹਤ ਮਿਲੇ। ਉਹਨਾਂ ਦਾ ਜੇ ਕਰਜ਼ਾ ਮਾਫ ਹੁੰਦਾ ਹੈ ਤਾਂ ਲਾਜ਼ਮੀ ਤੌਰ ਤੇ ਉਹਨਾਂ ਦੀ ਜਿਹੜੀ ਥੋੜੀ ਬਹੁਤ ਰਾਹਤ ਹੈ ਉਹ ਮਿਲ ਸਕਦੀ ਹੈ। ਪਰ ਆਪਾਂ ਨੂੰ ਪਤਾ ਹੈ ਕਿ ਇਸ ਵੇਲੇ ਲਗਭਗ 95% ਜਿਹੜਾ ਕਰਜ਼ਾ ਹੈ ਕਿਸਾਨਾਂ ਦਾ, ਉਹ ਹਜੇ ਨਹੀਂ ਉਤਰਿਆ। ਉਹ ਉਵੇਂ ਖੜਾ ਹੈ। ਲਗਭਗ 5 ਜਾਂ 6% ਜਿਹੜਾ ਕਰਜ਼ਾ ਹੈ ਉਹੀ ਉਤਾਰਿਆ ਗਿਆ ਹੈ। ਸੋ ਪਹਿਲੀ ਗੱਲ ਤਾਂ ਉਹਨਾਂ ਨੂੰ ਇੱਥੇ ਰਾਹਤ ਦੇਣੀ ਚਾਹੀਦੀ ਹੈ ਔਰ ਸਿੱਧੂ ਸਾਹਿਬ ਨੂੰ ਕੈਪਟਨ ਸਾਹਿਬ ਦੇ ਉੱਤੇ ਪ੍ਰੈਸ਼ਰ ਬਣਾਉਣਾ ਚਾਹੀਦਾ ਹੈ। ਦੂਜੀ ਗੱਲ ਜਸੂਸੀ ਦੀ ਹੈ ਕਿ ਇਸ ਵੇਲੇ ਜਿਹੜੀ ਬੀਜੇਪੀ ਸਰਕਾਰ ਹੈ ਉਹ ਬੁਰੀ ਤਰ੍ਹਾਂ ਘਿਰ ਚੁੱਕੀ ਹੈ ਕਿ ਜਿਹੜੇ ਲੋਕਾਂ ਦੇ, ਖਾਸ ਤੌਰ ਤੇ ਚਾਹੇ ਪੱਤਰਕਾਰ ਭਾਈਚਾਰਾ ਹੋਵੇ, ਚਾਹੇ ਮਿਨਿਸਟਰ ਸਾਹਿਬਾਨ ਹੋਣ ਜਾਂ ਹੋਰ ਕੋਈ ਜਿਹੜੇ ਨੇ ਵੱਡੇ ਲੋਕ ਹੁੰਦੇ ਆ, ਜਿਹੜੇ ਸ਼ਖਸੀਅਤਾਂ ਨੇ, ਉਹਨਾਂ ਦੀ ਜਦੋਂ ਤੁਸੀਂ ਜਸੂਸੀ ਕਰਵਾਉਂਦੇ ਹੋ ਤਾਂ ਲਾਜ਼ਮੀ ਤੌਰ ਤੇ ਸਰਕਾਰ ਦੇ ਉੱਤੇ ਬਹੁਤ ਵੱਡੇ ਸਵਾਲ ਜਿਹੜੇ ਨੇ ਉੱਠਦੇ ਨੇ। ਸੋ ਉਹਨਾਂ ਵੱਡੇ ਸਵਾਲਾਂ ਨੂੰ ਲੈ ਕੇ ਵੀ ਜਿਹੜੇ ਨੇ ਕੱਲ ਹੋ ਸਕਦਾ ਹੈ ਕਿ ਚੰਗੀ ਤਰ੍ਹਾਂ ਸਿੱਧੂ ਸਾਹਿਬ ਉਹ ਘੇਰਨਗੇ। ਖਾਸ ਤੌਰ ਤੇ ਜਿਹੜਾ ਗਵਰਨਰ ਹਾਊਸ ਹੈ ਉਹਨਾਂ ਨੇ ਘੇਰਨ ਦੀ ਜੋ ਕਾਲ ਦਿੱਤੀ ਹੈ ਕਾਂਗਰਸ ਨੇ, ਤਾਂ ਹੋ ਸਕਦਾ ਹੈ ਕਿ ਦੋਨੋਂ ਇਕੱਠੇ ਮਿਲਣ ਔਰ ਉੱਥੇ ਕੋਈ ਉਹਨਾਂ ਦੀ ਗੱਲਬਾਤ ਵੀ ਹੋ ਸਕਦੀ ਹੈ। ਪਰ ਮੈਨੂੰ ਲੱਗਦਾ ਕਿ ਇਦਾਂ ਦੇ ਮੁੱਦਿਆਂ ਨਾਲੋਂ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਇੰਪੋਰਟੈਂਟ ਨੇ ਇਸ ਵੇਲੇ। ਜਿਹੜਾ ਹੈਗਾ, ਮੈਨੂੰ ਲੱਗਦਾ ਹੈ ਕਿ ਜੇ ਤੁਹਾਨੂੰ ਆਪਣੀ ਜਸੂਸੀ ਦਾ ਫਿਕਰ ਹੈ, ਜੇ ਇਹਨਾਂ ਨੂੰ ਆਪਣੇ ਇਹ ਹੈ ਵੀ ਰਾਹੁਲ ਜੀ ਦੀ ਜਸੂਸੀ ਹੋ ਰਹੀ ਹੈ ਜਾਂ ਕਾਂਗਰਸ ਦੇ ਲੋਕਾਂ ਦੀ ਜਸੂਸੀ ਹੋ ਰਹੀ ਹੈ, ਮੈਨੂੰ ਲੱਗਦਾ ਕਿ ਉਦੋਂ ਵੀ ਵੱਡੇ ਜਿਹੜੇ ਨੇ ਧਿਆਨ ਇਸ ਵੇਲੇ, ਚਾਹੇ ਕੈਪਟਨ ਸਾਹਿਬ ਨੇ ਜਾਂ ਨਵਜੋਤ ਸਿੰਘ ਸਿੱਧੂ ਨੇ, ਉਹਨਾਂ ਨੂੰ ਪੰਜਾਬ ਦੇ ਮੁੱਦਿਆਂ ਦੇ ਉੱਤੇ ਲੜਾਈ ਲੜਨੀ ਚਾਹੀਦੀ ਹੈ। ਔਰ ਸੈਂਟਰ ਦੀ ਜਿਹੜੀ ਇਦਾਂ ਦੀ ਕਾਲਸ ਨੇ ਉਹ ਤਾਂ ਆਉਂਦੀਆਂ ਰਹਿਣਗੀਆਂ। ਮੈਂ ਨਹੀਂ ਕਹਿੰਦਾ ਕਿ ਕੋਈ ਘੱਟ ਮੁੱਦਾ ਹੈ, ਪਰ ਪੰਜਾਬ ਦੇ ਮੁੱਦੇ ਜਿਹੜੇ ਨੇ ਉਹ ਬਹੁਤ ਇੰਪੋਰਟੈਂਟ ਨੇ। ਉਹਨਾਂ ਮੁੱਦਿਆਂ ਨੂੰ ਲੈ ਕੇ ਵੀ ਜਿਹੜਾ ਹੈਗਾ ਗਵਰਨਰ ਹਾਊਸ ਜਾਂ ਹੋਰ ਜਿੱਦਾਂ ਦਾ ਵੀ ਉਹਨਾਂ ਨੂੰ ਸੰਘਰਸ਼ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਕਰਨਾ ਚਾਹੀਦਾ। ਤਾਂ ਹੀ ਜਿਹੜੀ ਉਹਨਾਂ ਦੀ ਲੋਕਾਂ ਦੇ ਵਿੱਚ ਛਵੀ ਜਾਏਗੀ। ਔਰ ਇਸ ਤਰ੍ਹਾਂ ਦੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਬੇਲੋੜੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਬਚਿਆ ਜਾਣਾ ਚਾਹੀਦਾ ਹੈ ਔਰ ਫੋਕਸ ਸਿਰਫ ਉਹਨਾਂ 18 ਨੁਕਤਿਆਂ ਤੇ ਹੀ ਹੋਣਾ ਚਾਹੀਦਾ ਹੈ, ਸਿੱਧੂ ਸਾਹਿਬ ਦਾ ਵੀ ਔਰ ਕੈਪਟਨ ਸਾਹਿਬ ਦਾ ਵੀ। ਜੀ ਸੁਖਵਿੰਦਰ ਜੀ। ਬਿਲਕੁਲ 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 ਡਾਕਟਰ ਸਾਹਿਬ, ਪਾਰਲੀਮੈਂਟ ਦੀ ਗੱਲ ਜਿਵੇਂ ਆਪਾਂ ਜਸੂਸੀ ਵਾਲੀ ਕਰ ਰਹੇ ਸੀ ਕਿ ਇਸ ਮਸਲੇ ਦੇ ਵਿੱਚ ਸਰਕਾਰ ਤਾਂ ਆਪਣੇ ਤੌਰ ਦੇ ਉੱਤੇ ਜਿਹੜਾ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਹੈ ਹੀ ਆ, ਪਰ ਉਧਰੋਂ ਸੁਬਰਾਮਨਿਅਮ ਸਵਾਮੀ ਜਿਹੜੇ ਭਾਜਪਾ ਦੇ ਸੀਨੀਅਰ ਲੀਡਰ ਨੇ, ਵੱਖ-ਵੱਖ ਅਹੁਦਿਆਂ ਤੇ ਰਹਿ ਚੁੱਕੇ ਨੇ, ਸਮੇਂ-ਸਮੇਂ ਤੇ ਬੀਜੇਪੀ ਤੇ ਮੋਦੀ ਸਰਕਾਰ ਦਾ ਵਿਸ਼ਲੇਸ਼ਣ ਕਰਦੇ ਰਹਿੰਦੇ ਨੇ, ਕਿਤੇ ਨਾ ਕਿਤੇ ਤੰਜ ਕੱਸਦੇ ਰਹਿੰਦੇ ਨੇ। ਹੁਣ ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਵੀ ਕਿਹਾ ਕਿ ਸਰਕਾਰ ਸਾਡੀ ਜਿਹੜੀ ਮੋਦੀ ਸਰਕਾਰ ਹੈ, ਕਹਿੰਦੇ ਉਹ ਸਪਸ਼ਟ ਤੌਰ ਤੇ ਦੱਸੇ ਕਿ ਆਖਿਰਕਾਰ ਕੌਣ ਕਰਵਾ ਰਿਹਾ ਸੀ ਜਸੂਸੀ ਤੇ ਇਹਦੇ ਵਿੱਚ ਕੌਣ-ਕੌਣ ਸ਼ਾਮਲ ਸੀ। ਇੱਕ ਆਪਰੇਸ਼ਨ ਸਿੱਧੇ ਤੌਰ ਦੇ ਉੱਤੇ ਚਲਾਇਆ ਗਿਆ। ਇਹਦੇ ਬਾਰੇ ਖੁਲਾਸੇ ਹੋਣੇ ਜਿਹੜੇ ਉਹ ਜ਼ਰੂਰੀ ਨੇ ਤਾਂ ਕਿ ਲੋਕਾਂ ਤੱਕ ਪਹੁੰਚੇ। ਬੀਜੇਪੀ ਵਾਲੇ ਇਸ ਕਰਕੇ ਫਿਕਰਮੰਦ ਨੇ ਕਿਉਂਕਿ ਇੱਕ ਦੋ ਨਾਮ ਉਹਨਾਂ ਦੇ ਵੀ ਵਿੱਚ ਆਏ ਨੇ।
ਦੇਖੋ ਜੀ, ਜਦੋਂ ਦ ਵਾਇਰ ਵਾਲਿਆਂ ਨੇ ਖੁਲਾਸੇ ਕੀਤੇ ਹੈ ਔਰ ਉੱਥੋਂ ਇਹੀ ਗੱਲ ਸਪਸ਼ਟ ਹੁੰਦੀ ਹੈ ਕਿ ਜਿਹੜੀਆਂ ਸਰਕਾਰਾਂ ਨੇ, ਇਹ ਵੱਖ-ਵੱਖ ਆਪਣੇ ਖਾਸ ਤੌਰ ਤੇ ਸੈਂਟਰ ਦੀ ਜਿਹੜੀ ਸਰਕਾਰ ਹੈ ਬੀਜੇਪੀ, ਇਹ ਜਿਹੜੀਆਂ ਖਾਸ ਤੌਰ ਤੇ ਜੇ ਆਪਾਂ ਕਹੀਏ ਕਿ ਐਂਟੀ ਬੀਜੇਪੀ ਸਰਕਾਰਾਂ ਨੇ ਜਾਂ ਗੈਰ ਬੀਜੇਪੀ ਸਰਕਾਰਾਂ ਨੇ, ਉਹਨਾਂ ਨੂੰ ਇਹ ਗਰਾਊਂਡ ਦਾ ਕੰਮ ਕਰਦੀ ਹੈ। ਉਹ ਗਰਾਊਂਡ ਦਾ ਕੰਮ ਕਿਵੇਂ ਕਰ ਰਹੀ ਹੈ? ਉਹਨਾਂ ਦੀ ਜਸੂਸੀ ਕਰਕੇ। ਉਹਨਾਂ ਨੇ ਇਹ ਸਪਸ਼ਟ ਕੀਤਾ ਹੈ ਕਿ ਉਹਦੇ ਵਿੱਚ ਇੱਕ ਐਸਾ ਯੰਤਰ ਫਿੱਟ ਹੋ ਜਾਂਦਾ ਹੈ ਤੁਹਾਡੇ ਕੈਮਰੇ ਦੇ ਜਾਂ ਤੁਹਾਡੇ ਫੋਨ ਦੇ ਵਿੱਚ, ਜਿਹਦੇ ਰਾਹੀਂ ਤੁਹਾਡਾ ਕੈਮਰਾ ਵੀ ਖੁੱਲ ਸਕਦਾ ਹੈ, ਤੁਹਾਨੂੰ ਜੋ ਮੈਸੇजेस ਆਉਂਦੇ ਨੇ ਉਹ ਵੀ ਪਤਾ ਲੱਗ ਸਕਦਾ ਹੈ, ਤੁਸੀਂ ਕਿਹਨੂੰ ਕਾਲਸ ਕਰਦੇ ਹੋ, ਤੁਹਾਡੀ ਸਾਰੀ ਰਿਕਾਰਡਿੰਗ, ਯਾਨੀ ਕਿ A to Z ਹਰ ਚੀਜ਼ ਦਾ ਤੁਹਾਡੇ ਕੋਲ ਤੁਹਾਨੂੰ ਜਿਹੜਾ ਹੈਗਾ ਪਤਾ ਲੱਗਦਾ ਹੈ। ਇਦਾਂ ਦਾ ਉਹਨਾਂ ਕੋਲ ਕੋਈ ਯੰਤਰ ਹੈ। ਸੋ ਜੇਕਰ ਇਹ ਲਗਾਇਆ ਗਿਆ ਹੈ ਤਾਂ ਇਹਦਾ ਮਤਲਬ ਹੈ ਕਿ ਬਹੁਤ ਹੀ ਖਤਰਨਾਕ ਹੈ ਔਰ ਤੁਹਾਡੇ ਜਿਹੜਾ ਜੀਣ ਦਾ ਅਧਿਕਾਰ ਹੈ, ਤੁਹਾਡੀ ਆਜ਼ਾਦੀ ਦਾ ਅਧਿਕਾਰ ਹੈ ਔਰ ਸਾਨੂੰ ਸੰਵਿਧਾਨ ਦੇ ਵਿੱਚ ਇਹ ਬਕਾਇਦਾ ਤੌਰ ਤੇ ਲਿਖਿਆ ਗਿਆ, ਤਾਂ ਇਹਦਾ ਮਤਲਬ ਹੈ ਕਿ ਉਹ ਸੰਵਿਧਾਨ ਦੇ ਉੱਤੇ ਵੀ ਇਹ ਇੱਕ ਵੱਡਾ ਡਾਕਾ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇਕਰ ਸੁਬਰਾਮਨੀਅਮ ਸਵਾਮੀ, ਜਿਹੜੇ ਕਿ ਪਹਿਲਾਂ ਵੀ ਜਿਵੇਂ ਤੁਸੀਂ ਕਿਹਾ ਕਿ ਵੱਡੇ ਸਵਾਲ ਆਪਣੀ ਸਰਕਾਰ ਦੇ ਖਿਲਾਫ ਉਠਾਉਂਦੇ ਰਹੇ ਨੇ, ਔਰ ਉਹਨਾਂ ਨੇ ਜਿਹੜਾ ਇਹ ਉਠਾਇਆ ਸਵਾਲ, ਉਹ ਇਸੇ ਲਈ ਉਠਾਇਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਤੁਹਾਡੇ ਆਪਣੇ ਮੰਤਰੀ ਨੇ, ਉਹਨਾਂ ਦੇ ਜਿਹੜੇ ਨਾਮ ਆ ਰਹੇ ਨੇ ਤਾਂ ਉਹ ਵੀ ਐਕਸਪੋਜ਼ ਕੀਤੇ ਜਾਣ। ਇਹਦੇ ਲਈ ਕਿਹਦੇ ਕਿੱਥੇ ਪੈਸੇ, ਕਿਹਨੇ ਪੈਸੇ ਦਿੱਤੇ, ਕਿਹਨੂੰ ਦਿੱਤੇ, ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਹੈਗਾ ਘਪਲਾ ਸਾਹਮਣੇ ਆਉਣਾ ਚਾਹੀਦਾ ਹੈ। ਸੋ ਸਵਾਮੀ ਜੀ ਨੇ ਇੱਕ ਵੱਡਾ ਆਪਣੇ ਮੋਦੀ ਜੀ ਦੇ ਖਿਲਾਫ ਜਾਂ ਬੀਜੇਪੀ ਦੇ ਖਿਲਾਫ ਇੱਕ ਵੱਡਾ ਸਵਾਲ ਚੁੱਕਿਆ ਹੈ। ਸੋ ਉਸ ਸਵਾਲ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ। ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਨੂੰ ਭੱਜਣਾ ਨਹੀਂ ਚਾਹੀਦਾ। ਮੋਦੀ ਜੀ ਜਿਹੜੇ ਹੈਗੇ ਇਹਨਾਂ ਸਵਾਲਾਂ ਤੋਂ ਬਚ ਰਹੇ ਨੇ ਜਾਂ ਇਹਨਾਂ ਤੋਂ ਛੇੜਾ ਛੁਡਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਾਂ ਇਹ ਕਹਿ ਰਹੇ ਨੇ ਕਿ ਇਹ ਕੋਈ ਵੱਡੇ ਮਸਲੇ ਹੈ ਹੀ ਨਹੀਂ ਹੈਗੇ। ਸੋ ਇਸ ਤਰ੍ਹਾਂ ਦੇ ਜਿਹੜੇ ਨੇ ਜਵਾਬ, ਜਦੋਂ ਚਾਹੇ ਉਹ ਗ੍ਰਹਿ ਮੰਤਰੀ ਹੋਣ ਜਾਂ ਮੁੱਖ ਮੰਤਰੀ ਹੋਣ ਜਾਂ ਬੀਜੇਪੀ ਦੇ ਜਾਂ ਪ੍ਰਾਈਮ ਮਿਨਿਸਟਰ ਹੋਣ, ਜਦੋਂ ਇਹ ਇਹਨਾਂ ਚੀਜ਼ਾਂ ਨੂੰ ਸੀਰੀਅਸ ਨਹੀਂ ਲੈ ਰਹੇ ਤਾਂ ਉੱਥੋਂ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਆਪਣਾ ਜਦੋਂ ਮੰਤਰੀ ਜਾਂ ਉਹਨਾਂ ਦਾ ਆਪਣਾ ਜਿਹੜਾ ਹੈਗਾ ਵੱਡਾ ਜਿਹੜਾ ਲੀਡਰ ਉਹਨਾਂ ਦੇ ਉੱਤੇ ਸਵਾਲ ਚੁੱਕ ਰਿਹਾ, ਤਾਂ ਲਾਜ਼ਮੀ ਤੌਰ ਤੇ ਬੀਜੇਪੀ ਨੂੰ ਅੱਗੇ ਆ ਕੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਔਰ ਜਿਹੜੀਆਂ ਵਿਰੋਧੀ ਧਿਰਾਂ ਅੱਜ ਰੌਲਾ ਪਾ ਰਹੀਆਂ ਨੇ ਵੱਖ-ਵੱਖ, ਜਿਵੇਂ ਤੁਸੀਂ ਵੀ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਕਿ ਪਾਰਲੀਮੈਂਟ ਘੇਰਨ ਦੀ ਜਿਹੜੀ ਹੈਗੀ ਆ ਪ੍ਰੋਗਰਾਮ ਦਿੱਤਾ ਗਿਆ ਹੈ ਔਰ ਗਵਰਨਰ ਹਾਊਸ ਘੇਰਨ ਦੇ ਜਿਹੜੇ ਨੇ ਪ੍ਰੋਗਰਾਮ ਨੇ, ਸੋ ਇਹਨਾਂ ਨੂੰ ਮੈਨੂੰ ਲੱਗਦਾ ਕਿ ਉਸ ਦੇ ਮੱਦੇ ਨਜ਼ਰ ਰੱਖਦੇ ਹੋਏ ਸਾਰਾ ਸਪਸ਼ਟੀਕਰਨ ਜਿਹੜਾ ਹੈਗਾ ਸਰਕਾਰ ਨੂੰ ਦੇਣਾ ਚਾਹੀਦਾ ਹੈ, ਬੀਜੇਪੀ ਨੂੰ ਦੇਣਾ ਚਾਹੀਦਾ ਹੈ, ਖਾਸ ਤੌਰ ਤੇ ਗ੍ਰਹਿ ਮੰਤਰੀ ਸਾਹਿਬ ਨੂੰ ਦੇਣਾ ਚਾਹੀਦਾ ਹੈ ਜਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਕੱਲ ਤੋਂ ਬਾਅਦ ਜਦੋਂ ਪ੍ਰੈਸ਼ਰ ਬਣੇਗਾ ਤਾਂ ਇਹਦੇ ਵਿੱਚੋਂ ਕੁਝ ਨਿਕਲੇ, ਜਾਂ ਜਿਹੜੇ ਹੋਰ ਜਿਹੜੇ ਏਜੰਸੀਆਂ ਇਹਦੇ ਚ ਲੱਗੀਆਂ ਹੋਈਆਂ ਨੇ, ਕੰਮ ਕਰ ਰਹੀਆਂ ਨੇ ਔਰ ਇਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਨੇ ਹੋਰ ਚੀਜ਼ਾਂ, ਤਾਂ ਉਹਦੇ ਵਿੱਚੋਂ ਵੀ ਹੋ ਸਕਦਾ ਕਿ ਨਵੀਆਂ ਚੀਜ਼ਾਂ ਸਾਹਮਣੇ ਆ ਸਕਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਉਮੀਦ ਇਹੀ ਕੀਤੀ ਜਾਣੀ ਬਣਦੀ ਹੈ ਕਿ ਆਉਣ ਵਾਲੇ ਜਿਹੜਾ ਭਵਿੱਖ ਹੋਏਗਾ ਉਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੇ ਜਸੂਸੀ ਕਾਂਡ ਨੇ ਉਹ ਨਾ ਹੋਣ, ਤੇ ਜਿਹੜੀ ਸਾਨੂੰ ਆਜ਼ਾਦੀ ਸੰਘਰਸ਼ ਆਪਣਾ ਸੰਵਿਧਾਨ ਦੇ ਵਿੱਚ ਮਿਲੀ ਹੋਈ ਹੈ, ਉਹ ਆਜ਼ਾਦੀ ਜਿਹੜੀ ਹੈਗੀ ਹੈ ਸਾਡੀ ਬਰਕਰਾਰ ਰਹਿਣੀ ਚਾਹੀਦੀ ਹੈ। ਜੀ ਸੁਖਵਿੰਦਰ ਜੀ। ਡਾਕਟਰ ਸਾਹਿਬ, ਆਖਰੀ ਖਬਰ ਕਿ ਕਿਸਾਨਾਂ ਨੇ ਇੱਕ ਆਪਣੀ ਪਾਰਲੀਮੈਂਟ ਕਹਿ ਲਓ ਕਿ ਆਪਣਾ ਸੈਸ਼ਨ ਚਲਾਉਣਾ ਪਾਰਲੀਮੈਂਟ ਦੇ ਬਾਹਰ ਦਿੱਲੀ 'ਚ, ਉਧਰਲੇ ਪਾਸੇ ਸਰਕਾਰ ਅੰਦਰ ਵੀ ਘਿਰੀ ਹੋਈ ਹੈ। ਜਿਹੜਾ ਕਹਿੰਦੇ ਵੋਟਰਸ ਵਿਪ ਕਿਸਾਨਾਂ ਨੇ ਜਾਰੀ ਕੀਤਾ ਸੀਗਾ, ਉਹਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ। ਉਧਰਲੇ ਪਾਸੇ ਆ ਪੈਗਸਸ ਦਾ ਮਾਮਲਾ, ਸਰਕਾਰ ਹਰ ਫਰੰਟ ਤੋਂ ਘਿਰੀ ਹੋਈ ਹੈ। ਇਹਨੂੰ ਕਿੱਦਾਂ ਦੇਖਦੇ ਹੋ ਕਿ ਕਿਸਾਨਾਂ ਨੂੰ ਉੱਥੇ ਪਾਰਲੀਮੈਂਟ ਦੇ ਵਿੱਚ ਕਿਸ ਤਰ੍ਹਾਂ ਦੇ ਮਤਲਬ ਕਿ ਐਕਸ਼ਨ ਦੇ ਨਾਲ, ਕਿਸ ਤਰ੍ਹਾਂ ਜ਼ੋਰਦਾਰ ਢੰਗ ਦੇ ਨਾਲ ਉਹੋ ਜਿਹੇ ਬੁਲਾਰੇ ਹੋਣੇ ਚਾਹੀਦੇ ਨੇ, ਜਿਹੜੇ 200 ਬੰਦਿਆਂ ਦਾ ਜੱਥਾ ਜਾਣਾ ਉਹ ਜਾ ਕੇ ਇਸ ਤਰੀਕੇ ਦੇ ਨਾਲ ਮਤਲਬ ਕਿ ਆਪਣੀ ਆਵਾਜ਼ ਚੁੱਕਣ, ਜਿਹੜੀ ਸ਼ਾਇਦ ਇਸ ਸਰਕਾਰ ਦੇ ਕੰਨਾਂ ਤੱਕ ਪਹੁੰਚੇ, ਜੋ ਹੁਣ ਤੱਕ ਅੱਖਾਂ ਤੇ ਕੰਨ ਦੋਵੇਂ ਬੰਦ ਕਰਕੇ ਬੈਠੇ ਨੇ ਕਿ ਨਾ ਤਾਂ ਕਹਿੰਦੇ ਸਾਡੇ ਕੋਲੇ ਸ਼ਹੀਦਾਂ ਦੀ ਕੋਈ ਲਿਸਟ ਹੈ, ਨਾ ਹੀ ਸਾਡੇ ਕੋਲੇ ਕਿਸਾਨੀ ਮਸਲਿਆਂ ਬਾਰੇ ਕੋਈ ਹੱਲ ਹੈ। ਸਾਡੇ ਕੋਲ ਤਾਂ ਇੱਕੋ ਗੱਲ ਹੈ, ਤੁਸੀਂ ਆਓ ਤੇ ਅਸੀਂ ਗੱਲ ਕਰਾਂਗੇ, ਆਪਣੀ ਕੋਈ ਗੱਲ ਨਾ ਲੈ ਕੇ ਆਓ। ਨਾ ਖੇਤੀ ਕਾਨੂੰਨ ਰੱਦ ਹੋਣਗੇ ਤੇ ਨਾ ਹੀ ਇਹ ਹੋਣੇ ਨੇ। ਸੁਖਵਿੰਦਰ ਜੀ, ਦੇਖੋ, ਉੱਪਰੋਂ ਚਾਹੇ ਸਰਕਾਰ, ਚਾਹੇ ਖੇਤੀ ਮੰਤਰੀ ਜਾਂ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਕੁਝ ਵੀ ਕਹੀ ਜਾਣ ਕਿ ਅਸੀਂ ਕਿਸਾਨੀ ਸੰਘਰਸ਼ ਨੂੰ ਦੀ ਪਰਵਾਹ ਨਹੀਂ ਕਰਦੇ, ਪਰ ਜੇ ਆਪਾਂ ਇਹਨੂੰ ਬਹੁਤ ਬਰੀਕੀ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਸੰਘਰਸ਼ ਨੂੰ, ਤਾਂ ਤੁਸੀਂ ਦੇਖੋਗੇ ਕਿ ਅੰਦਰ ਖਾਤੇ ਸਰਕਾਰ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਹਿੱਲੀ ਹੋਈ ਹੈ ਔਰ ਉਹਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਨੇ, ਖਾਸ ਤੌਰ ਤੇ 5 ਸੂਬਿਆਂ ਦੇ ਵਿੱਚ ਔਰ ਉਸ ਤੋਂ ਬਾਅਦ 24 ਦੇ ਵਿੱਚ ਜਿਹੜੀ ਲੋਕ ਸਭਾ ਇਲੈਕਸ਼ਨ ਹੋਣੀ ਹੈ, ਤਾਂ ਉੱਥੇ ਬਹੁਤ ਵੱਡੇ ਡਰ ਜਿਹੜੇ ਨੇ ਇਸ ਵੇਲੇ ਬੀਜੇਪੀ ਨੂੰ ਸਤਾ ਰਹੇ ਨੇ। ਉੱਥੋਂ ਤੁਹਾਨੂੰ ਲੱਗਦਾ ਹੈ ਕਿ ਇਸ ਵੇਲੇ ਜਿਸ ਤਰ੍ਹਾਂ ਦਾ ਪ੍ਰੈਸ਼ਰ ਕਿਸਾਨਾਂ ਦੇ ਉੱਤੇ ਬਣਾਇਆ ਜਾ ਰਿਹਾ ਹੈ, ਔਰ ਪਿਛਲੇ ਦਿਨਾਂ ਦੇ ਵਿੱਚ ਚਾਹੇ ਉਹ ਹਰਿਆਣਾ ਹੋਵੇ, ਚਾਹੇ ਯੂਪੀ ਹੋਵੇ, ਚਾਹੇ ਕੋਈ ਹੋਰ ਸਟੇਟਾਂ ਹੋਣ, ਜਿਸ ਕਿਸਮ ਦੇ ਨਾਲ ਕਿਸਾਨਾਂ ਨੂੰ
ਉਹਨਾਂ ਦੇ ਕਿਸਾਨਾਂ ਦੇ ਉੱਤੇ ਪ੍ਰੈਸ਼ਰ ਬਣਾਇਆ ਗਿਆ, ਉਹਨਾਂ ਦੇ ਉੱਤੇ ਕੇਸ ਬਣਾਏ ਗਏ ਔਰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ, ਉਹਨਾਂ ਨੂੰ ਥਾਣਿਆਂ ਦੇ ਵਿੱਚ ਡੱਕਿਆ ਗਿਆ। ਉੱਥੋਂ ਇਹ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈਗੀ ਆ ਉਹਨੂੰ ਪਤਾ ਲੱਗ ਚੁੱਕਿਆ ਹੈ ਕਿ ਕਿਸਾਨ ਸਾਡੇ ਉੱਤੇ ਹਾਵੀ ਹੁੰਦੇ ਨਜ਼ਰ ਆ ਰਹੇ ਨੇ। ਸੋ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਆਪਾਂ ਪੰਜਾਬ ਦੀ ਜਾਂ ਹਰਿਆਣੇ ਦੀ, ਉੱਤਰਾਖੰਡ, ਯੂਪੀ ਜਾਂ ਹੋਰ ਜਿਹੜੇ ਨਾਰਦਰਨ ਸਟੇਟਾਂ ਦੀ ਗੱਲ ਕਰੀਏ ਔਰ ਇਹ ਜਿਹੜਾ ਸੰਘਰਸ਼ ਹੈ ਲਗਾਤਾਰ ਅੱਗੇ ਵਧ ਰਿਹਾ ਹੈ ਔਰ 22 ਤਰੀਕ ਨੂੰ ਯਾਨੀ ਕਿ ਕੱਲ ਨੂੰ ਜਿਹੜੀ ਪਾਰਲੀਮੈਂਟ ਹੋਣੀ ਹੈ ਕਿਸਾਨਾਂ ਦੀ, ਜਿਵੇਂ ਤੁਸੀਂ ਕਹਿ ਰਹੇ ਹੋ, ਤਾਂ ਉਸ ਤੋਂ ਬਾਅਦ ਹੋਰ ਬਹੁਤ ਵੱਡਾ ਪ੍ਰੈਸ਼ਰ ਉਹਨਾਂ ਦੀ ਗੱਲ ਜਿਹੜੀ ਹੈਗੀ ਕਿ ਇੰਟਰਨੈਸ਼ਨਲ ਲੈਵਲ ਤੇ ਹੋਰ ਜਾਏਗੀ। ਜਦੋਂ ਦਿੱਲੀ ਦੇ ਵਿੱਚ ਇਦਾਂ ਦੀ ਪਾਰਲੀਮੈਂਟ ਲੱਗੇਗੀ ਪੈਰਲਲ, ਤਾਂ ਲਾਜ਼ਮੀ ਤੌਰ ਤੇ, ਹਾਲਾਂਕਿ ਉਹਨਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਹੈ, ਦਿੱਲੀ ਦੀ ਪੁਲਿਸ ਵੱਲੋਂ ਵੀ ਲਗਾਤਾਰ ਮੀਟਿੰਗਾਂ ਤੇ ਮੀਟਿੰਗਾਂ ਉਹਨਾਂ ਨਾਲ, ਕਿਸਾਨਾਂ ਨਾਲ ਚੱਲ ਰਹੀਆਂ ਨੇ ਔਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਇਹ ਗਿਣਤੀ ਘਟਾ ਲਓ, ਕਦੇ ਕੁਝ ਸ਼ਰਤਾਂ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਟ ਮੈਨੂੰ ਨਹੀਂ ਲੱਗਦਾ ਕਿ ਕਿਸਾਨ ਇਹ ਗੱਲਾਂ ਮੰਨਣਗੇ ਔਰ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਕਿ ਲਗਭਗ 550 ਕਿਸਾਨ ਜਿਹੜੇ ਨੇ ਅੱਜ ਤੱਕ ਉਹ ਸ਼ਹੀਦੀ ਪ੍ਰਾਪਤ ਕਰ ਚੁੱਕੇ ਨੇ ਔਰ ਉਹ ਜੇ ਆਪਾਂ ਨੂੰ ਲੱਗਦਾ ਕਹੀਏ ਕਿ ਉਹ ਵਾਪਸ ਆ ਜਾਣਗੇ ਜਾਂ ਸੰਘਰਸ਼ ਨੂੰ ਵਾਪਸ ਲੈ ਲੈਣਗੇ ਜਾਂ ਕਾਲੇ ਕਾਨੂੰਨ ਜਿਹੜੇ ਨੇ ਉਹ ਵਾਪਸ ਕਰਾਉਣ ਤੋਂ ਬਿਨਾਂ ਜਾਂ ਇਹਨਾਂ ਦੇ ਵਿੱਚ ਸੋਧਾਂ ਕਰਾ ਕੇ ਹੀ ਉਹ ਕੰਮ ਸਾਰ ਲੈਣਗੇ, ਇਹ ਸੰਭਵ ਨਹੀਂ ਹੈ ਇਸ ਵੇਲੇ। ਸੋ ਇਸ ਕਰਕੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਹੋਏਗਾ, ਇਹਨੂੰ ਇੱਕ ਨਵੀਂ ਦਿਸ਼ਾ ਮਿਲੇਗੀ ਔਰ ਜੇ ਕੱਲ ਨੂੰ ਪਾਰਲੀਮੈਂਟ ਦੇ ਵਿੱਚ ਉਹ ਨਵਾਂ ਇੱਕ ਆਪਣਾ ਸੈਸ਼ਨ ਚਲਾਉਂਦੇ ਨੇ ਕਿਸਾਨ, ਉੱਥੇ ਉਹਨਾਂ ਦੇ ਬੁਲਾਰੇ ਜਾਂਦੇ ਨੇ, ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਬਹੁਤ ਫਰਕ, ਹੋਰ ਵੀ ਜਿਹੜਾ ਪ੍ਰੈਸ਼ਰ ਹੈ ਉਹ ਬਣੇਗਾ ਔਰ ਪੂਰਾ ਇਸ ਵੇਲੇ ਜੇ ਆਪਾਂ ਪਹਿਲਾਂ ਨਾਰਦਰਨ ਇੰਡੀਆ ਦੀ ਜੇ ਗੱਲ ਕਰਦੇ ਹਾਂ ਤਾਂ ਇਹ ਹੌਲੀ ਹੌਲੀ ਬਾਕੀ ਭਾਰਤ ਦੇ ਹਿੱਸਿਆਂ ਦੇ ਵਿੱਚ ਜਿਹੜਾ ਸੰਘਰਸ਼ ਜਾਏਗਾ। ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪੂਰਾ ਹਿੰਦੁਸਤਾਨ ਦੇ ਲੈਵਲ ਤੇ ਲੋਕ ਜਿਹੜੇ ਨੇ, ਖਾਸ ਤੌਰ ਤੇ ਕਿਸਾਨ, ਇਹ ਲੋਕਾਂ ਦੇ ਉਹਨਾਂ ਦੇ ਨਾਲ ਇਕੱਠੇ ਹੋਣਗੇ, ਕਿਸਾਨਾਂ ਦੇ ਨਾਲ, ਔਰ ਦਿੱਲੀ ਨੂੰ ਘੇਰਨ ਦੀ ਕੋਸ਼ਿਸ਼ ਕਰਨਗੇ। ਸੋ ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਕੱਲ ਤੋਂ ਬਾਅਦ ਕਿ ਸਥਿਤੀਆਂ ਕਾਫੀ ਬਦਲਣਗੀਆਂ ਔਰ ਇਸ ਕਰਕੇ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਸਾਰਿਆਂ ਦਾ, ਚਾਹੇ ਉਹ ਪਾਰਲੀਮੈਂਟ ਦੇ ਵਿੱਚ ਜਿਹੜੇ ਵਿਰੋਧੀ ਧਿਰ ਦੇ ਲੀਡਰ ਸਾਹਿਬਾਨ ਨੇ ਉਹਨਾਂ ਦੀ ਗੱਲ ਹੋਵੇ, ਚਾਹੇ ਰਾਜ ਸਭਾ ਦੀ ਗੱਲ ਹੋਵੇ, ਚਾਹੇ ਆਮ ਲੋਕਾਂ ਦੀ ਗੱਲ ਹੋਵੇ, ਸਾਰੇ ਇਹੀ ਮੰਗ ਕਰ ਰਹੇ ਨੇ ਬੀਜੇਪੀ ਸਰਕਾਰ ਤੋਂ ਕਿ ਭਾਈ ਜਲਦੀ ਤੋਂ ਜਲਦੀ ਕਿਸਾਨਾਂ ਦੀ ਆਵਾਜ਼ ਸੁਣੀ ਜਾਏ, ਕਿਸਾਨਾਂ ਨਾਲ ਸੰਵਾਦ ਰਚਾਇਆ ਜਾਏ, ਡਾਇਲੌਗ ਰਚਾਇਆ ਜਾਏ। ਜਿਹੜੀ ਗੱਲ ਉਹਨਾਂ ਨੇ ਅੱਜ ਤੋਂ ਕਈ ਮਹੀਨੇ ਪਹਿਲਾਂ ਕਹੀ ਸੀ ਕਿ ਅਸੀਂ ਤਾਂ ਇੱਕ ਫੋਨ ਕਾਲ ਦੀ ਦੂਰੀ ਤੇ ਆ, ਉਹ ਫੋਨ ਕਾਲ ਜਿਹੜੀ ਹੈਗਾ ਕੀਤੀ ਜਾਏ ਔਰ ਲੋਕਾਂ ਦੀ ਆਵਾਜ਼, ਉਹਨਾਂ ਦੀ, ਕਿਸਾਨਾਂ ਦੀ ਆਵਾਜ਼ ਸੁਣੀ ਜਾਏ ਔਰ ਇਹ ਕਾਲੇ ਕਾਨੂੰਨ ਜਿਹੜੇ ਨੇ ਰੱਦ ਕੀਤੇ ਜਾਣ। ਤਾਂ ਬੀਜੇਪੀ ਦਾ ਭਲਾ ਹੈ। ਨਹੀਂ ਤਾਂ ਕੀ ਹੋਏਗਾ ਕਿ ਹੌਲੀ ਹੌਲੀ, ਜਿਵੇਂ ਮੈਂ ਕਹਿ ਰਿਹਾ ਕਿ ਇਸ ਦੀ ਨੇਚਰ ਨੂੰ ਸਮਝਦੇ ਹੋਏ ਸੰਘਰਸ਼ ਦੀ ਨੂੰ, ਤਾਂ ਇਹ ਜਿਹੜਾ ਸੰਘਰਸ਼ ਹੈ ਹੌਲੀ ਹੌਲੀ ਹੋਰ ਫੈਲੇਗਾ ਔਰ ਨੁਕਸਾਨ ਉਹਦੇ ਨਾਲ ਬੀਜੇਪੀ ਦਾ ਹੋਣਾ ਹੈ। ਇਹ ਜਿਹੜਾ ਹੈਗਾ, ਜਿੰਨਾ ਸੰਘਰਸ਼ ਅੱਗੇ ਵਧੇਗਾ ਉਹਦੇ ਨਾਲ ਬੀਜੇਪੀ ਜਿਹੜੀ ਹੈਗੀ ਥੱਲੇ ਜਾਏਗੀ ਔਰ ਕਿਸਾਨਾਂ ਦਾ ਸੰਘਰਸ਼ ਉੱਪਰ ਜਾਏਗਾ ਔਰ ਇਹੀ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਸਮਾਂ ਇਹੀ ਸਾਨੂੰ ਦਿਖਾ ਰਿਹਾ ਹੈ। ਜੇ ਆਪਾਂ ਗਰਾਊਂਡ ਦੇ ਦੀ ਗੱਲ ਕਰਾਂਗੇ, ਗਰਾਊਂਡ ਦੇ ਉੱਤੇ ਜੋ ਵਾਪਰ ਰਿਹਾ ਹੈ ਉਹੀ ਵਾਪਰ ਰਿਹਾ ਕਿ ਬੀਜੇਪੀ ਦੇ ਵਿੱਚ ਜਿੱਥੇ ਜਿੱਥੇ ਜਿਹੜੀਆਂ ਸਟੇਟਾਂ ਦੇ ਵਿੱਚ ਜਾ ਰਿਹਾ ਹੈ ਸੰਘਰਸ਼, ਜੇ ਪੰਜਾਬ ਦੀ ਗੱਲ ਲਾ ਲਓ, ਹਰਿਆਣੇ ਦੀ ਲਾ ਲਓ, ਉੱਤਰਾਖੰਡ ਦੀ ਲਾ ਲਓ, ਯੂਪੀ ਦੀ ਲਾ ਲਓ, ਬੰਗਾਲ ਦੀ ਲਾ ਲਓ, ਜਿੱਥੇ ਜਿੱਥੇ ਗਿਆ ਹੈ ਸੰਘਰਸ਼ ਉੱਥੇ ਉਹਨੇ ਬੀਜੇਪੀ ਦਾ ਸਫਾਇਆ ਕੀਤਾ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹਦੇ ਬੀਜੇਪੀ ਦਾ ਇਸੇ ਗੱਲ ਫਾਇਦਾ ਹੈ ਕਿ ਉਹ ਕੱਲ ਨੂੰ ਜਿਹੜੀ ਹੈਗੀ ਪਾਰਲੀਮੈਂਟ ਜਿਹੜੀ ਲੱਗ ਰਹੀ ਹੈ ਕਿਸਾਨਾਂ ਦੀ, ਉਹਨੂੰ ਗੱਲਬਾਤ ਦੇ ਵਿੱਚ ਬਦਲਣਾ ਚਾਹੀਦਾ ਹੈ, ਡਾਇਲੌਗ ਦੇ ਰਾਹੀਂ ਇਹਨੂੰ ਚੇਂਜ ਕਰਨਾ ਚਾਹੀਦਾ ਹੈ ਔਰ ਇਹ ਸਾਰੇ ਮਸਲੇ ਨੇ ਡਾਇਲੌਗ ਦੇ ਰਾਹੀਂ ਹੀ ਹੱਲ ਹੋ ਸਕਦੇ ਨੇ। ਸੋ ਇਹ ਕਾਲੇ ਕਾਨੂੰਨ ਮੈਨੂੰ ਲੱਗਦਾ ਕਿ ਤਾਂ ਹੀ ਵਾਪਸ ਹੋ ਸਕਦੇ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਕੱਲ ਤੋਂ ਬਾਅਦ ਸਥਿਤੀਆਂ ਬਦਲਣੀਆਂ ਸ਼ੁਰੂ ਹੋਣਗੀਆਂ। ਜੀ ਸੁਖਿੰਦਰ ਜੀ। ਜੀ ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਸਾਨੂੰ ਸਮਾਂ ਦੇਣ ਲਈ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ। ਅਸੀਂ ਜੋ ਗੱਲਬਾਤ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਨਵਜੋਤ ਸਿੱਧੂ ਅੱਗੇ ਵਧਦੇ ਜਾ ਰਹੇ ਨੇ ਤੇ ਉਧਰੋਂ ਕਿਸਾਨਾਂ ਦੀ ਅੱਜ ਪਾਰਲੀਮੈਂਟ, ਮਾਫ ਕਰਨਾ, ਕਿਸਾਨਾਂ ਦੀ ਕੱਲ ਨੂੰ ਪਾਰਲੀਮੈਂਟ ਜਿਹੜੀ ਕਿਸਾਨਾਂ ਨੇ ਸੱਦੀ ਆ। ਲਗਾਤਾਰ ਇਹ ਪਾਰਲੀਮੈਂਟ ਉਦੋਂ ਤੱਕ ਚੱਲਣੀ ਹੈ ਜਦੋਂ ਤੱਕ ਅੰਦਰ ਮੌਨਸੂਨ ਇਜਲਾਸ ਜਿਹੜਾ ਸਰਕਾਰ ਦੀ ਜਿਹੜੀ ਅੰਦਰ ਗੱਲਬਾਤ ਚੱਲ ਰਹੀ ਹੈ, ਜਿਸ ਤਰੀਕੇ ਨਾਲ ਸਰਕਾਰ ਨੂੰ ਘੇਰਿਆ ਜਾ ਰਿਹਾ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਮੈਨੂੰ ਇਜਾਜ਼ਤ ਦਿਓ। ਲੋਕ ਰਣ ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰੋ। ਧੰਨਵਾਦ।